ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਦਾ। ਪੰਜਾਬ ਦੀ ਅੱਜ ਵਿਧਾਨ ਸਭਾ ਦਾ ਜੋ ਸੈਸ਼ਨ ਗਵਰਨਰ ਸਾਹਿਬ ਨੇ ਕੈਂਸਲ ਕੀਤਾ, ਮੈਂ ਉਹਦਾ ਪੂਰੀ ਤਰੀਕੇ ਨਾਲ ਸਵਾਗਤ ਤਾਂ ਨਹੀਂ ਕਰਦਾ, ਫੈਸਲਾ ਠੀਕ ਜ਼ਰੂਰ ਮੰਨਦਾ। ਔਰ ਇਹ ਗੱਲ ਮੈਂ ਤਾਂ ਕਹਿ ਰਿਹਾ, ਅੱਜ ਸਾਡੇ ਬੀਐਸਪੀ ਦੇ ਸਾਥੀ, ਸਾਡੇ ਐਮਐਲਏ ਸਾਹਿਬ, ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਐਮਐਲਏ ਸਾਹਿਬ, ਅਸੀਂ ਆਪਸ ਵਿੱਚ ਜਦੋਂ ਬਹਿ ਕੇ ਗੱਲ ਕੀਤੀ, ਦੇਖੋ ਸੈਸ਼ਨ ਬੁਲਾਇਆ ਕਿਉਂ ਗਿਆ ਔਰ ਸੈਸ਼ਨ ਦਾ ਮਕਸਦ ਕੀ ਸੀ। ਇਹ ਤੁਹਾਨੂੰ ਯਾਦ ਹੋਊਗਾ ਕਿ 15 ਸਪਟੈਂਬਰ ਮੈਂ ਉਸ ਦਿਨ ਵੀ ਤੁਹਾਨੂੰ ਇਹ ਗੱਲ ਕਹੀ ਸੀ, ਜੇ ਤੁਸੀਂ ਚਾਹੁੰਦੇ ਹੋ ਮੈਂ ਵੀਡੀਓ ਪਲੇ ਕਰਕੇ ਸੁਣਾ ਸਕਦਾ ਕਿ ਦਿੱਲੀ ਦੀ ਤਰਜ਼ ਤੇ ਜੋ ਡਰਾਮਾ ਕੇਜਰੀਵਾਲ ਸਾਹਿਬ ਦਿੱਲੀ 'ਚ ਰਚ ਰਿਹਾ ਹੈ, ਆਪਦੇ ਆਪ ਨੂੰ ਬੀਜੇਪੀ ਦਾ ਰੀਅਲ ਆਪੋਜੀਸ਼ਨ ਫੇਸ ਦਿਖਾਉਣ ਵਾਸਤੇ, ਉਹ ਡਰਾਮਾ ਪੰਜਾਬ 'ਚ ਵੀ ਰਚਿਆ ਜਾਊਗਾ ਜਦੋਂ ਭਗਵੰਤ ਮਾਨ ਸਾਹਿਬ ਪੰਜਾਬ 'ਚ ਮੁੜ ਕੇ ਆਉਣਗੇ। ਔਰ ਉਹੀ ਗੱਲ ਹੋਈ। ਉਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਫਲਾਈਟ ਮਿਸ ਹੋ ਗਈ। ਜਦੋਂ ਫਲਾਈਟ ਤੇ ਚੜ੍ਹਨ ਦੀ ਕਾਮਯਾਬੀ ਹੋਈ, ਆਉਂਦੇ ਸਾਰ ਉਹਨਾਂ ਨੇ ਡਰਾਮਾ ਰਚਿਆ ਕਿ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ। ਔਰ ਸੈਸ਼ਨ ਬੁਲਾਇਆ ਕਿਹਦੇ ਲਈ ਗਿਆ ਕਿ ਜੀ ਸਾਡੀ ਸਰਕਾਰ ਨੇ ਕੌਨਫੀਡੈਂਸ ਮੋਸ਼ਨ ਲਿਆਉਣਾ। ਮੈਂ ਤੁਹਾਨੂੰ ਇਹ ਗੱਲ ਪੁੱਛਣਾ ਚਾਹੁੰਦਾ, 92 ਐਮਐਲਏ ਨੇ ਮਾਨ ਸਾਹਿਬ, 92 ਐਮਐਲਏ ਨੇ ਤੁਹਾਡੇ 'ਚ, ਉਹਨਾਂ 92 ਚੋਂ ਕਿਹਨੇ ਨੋ ਕੌਨਫੀਡੈਂਸ ਪੇਸ਼ ਕੀਤਾ? ਪਹਿਲਾਂ ਤਾਂ ਉਹਦੇ ਨਾਂ ਜਨਤਕ ਕਰੋ। ਤੁਸੀਂ ਵਿਧਾਨ ਸਭਾ ਦਾ ਸੈਸ਼ਨ ਇੱਕ ਪਾਸੇ ਕਹਿੰਦੇ ਹੋ ਕਿ ਖਜ਼ਾਨੇ 'ਚ ਪੈਸੇ ਨਹੀਂ, ਪੰਜਾਬ 'ਚ 3 ਲੱਖ ਕਰੋੜ ਦਾ ਲਗਭਗ ਕਰਜ਼ਾ ਚੜ ਗਿਆ ਹੈ। ਚੀਮਾ ਸਾਹਿਬ ਤੁਹਾਡੇ ਜਦੋਂ ਬਜਟ ਪੇਸ਼ ਕਰਦੇ ਆ, ਛੋਟੀ ਛੋਟੀ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਦੇ ਆ ਕਿ ਅਸੀਂ ਪੇਪਰਲੈਸ ਬਜਟ ਪੇਸ਼ ਕੀਤਾ, 21 ਲੱਖ ਦੀ ਬਚਤ ਕਰਤੀ। ਕਿਹਾ ਸੀ ਕਿ ਨਹੀਂ ਕਿਹਾ ਸੀ? ਤੇ ਤੁਸੀਂ ਅੱਜ ਕਰੋੜ ਰੁਪਈਆ ਖਰਚਣ ਨੂੰ ਤਿਆਰ ਹੋ ਗਏ, ਮਗਰ ਫॉर ਵਾਟ? ਜੇ ਪੰਜਾਬ ਦੇ ਇਸ਼ੂਜ਼ ਡਿਸਕਸ ਹੋ ਰਹੇ ਹੋਣ, ਪੰਜਾਬ ਦੇ ਲੋਕਾਂ ਦੇ ਭਲੇ ਵਾਲਾ ਇਸ਼ੂ, ਕੋਈ ਲਾਅ ਐਂਡ ਆਰਡਰ, ਮੂਸੇ ਵਾਲੇ ਦੀ ਡੈਥ ਹੋਈ, ਕੋਈ ਸੈਸ਼ਨ ਨਹੀਂ ਸੱਦਿਆ। 2 ਕਮਿਊਨਿਟੀਜ਼ ਦੇ ਵਿੱਚ ਦਿੱਲੀ ਪਟਿਆਲੇ 'ਚ ਕਾਲੀ ਦੇਵੀ ਮੰਦਿਰ 'ਚ ਝਗੜਾ ਹੋਇਆ, ਸੈਸ਼ਨ ਨਹੀਂ ਸੱਦਿਆ। ਜਾਂ ਅਗਨੀਪਥ ਦੇ ਉੱਤੇ ਤੁਸੀਂ ਆਪ ਦਾ ਮਤਾ ਲੈ ਕੇ ਉੱਤੇ ਯੂ ਟਰਨ ਕਰਤੀ, ਉੱਤੇ ਸੈਸ਼ਨ ਨਹੀਂ ਸੱਦਿਆ। ਪੰਜਾਬ ਦਾ ਪਾਣੀ ਤੁਹਾਡੇ ਐਮਪੀ 24 ਤੱਕ ਦਿੱਲੀ ਹਰਿਆਣੇ ਦੇ ਕੋਨੇ-ਕੋਨੇ 'ਚ ਪਹੁੰਚਾਉਣਾ ਚਾਹੁੰਦੇ, ਤੁਸੀਂ ਜਾ ਕੇ ਕੇਜਰੀਵਾਲ ਸਾਹਿਬ ਨਾਲ ਹਰਿਆਣੇ 'ਚ ਬਹਿ ਕੇ ਉਹ ਵਾਅਦਾ ਕਰਦੇ ਹੋ ਕਿ ਅਸੀਂ ਹਰਿਆਣੇ ਨੂੰ ਤੇ ਦਿੱਲੀ ਨੂੰ ਵੀ ਪਾਣੀ ਪੂਰਾ ਦਿਵਾਵਾਂਗੇ, ਉਹਦਾ ਸੈਸ਼ਨ ਨਹੀਂ ਸੱਦਿਆ। 1000 ਰੁਪਏ ਧੀਆਂ ਭੈਣਾਂ ਨੂੰ ਦੇਣ ਵਾਸਤੇ ਤੁਸੀਂ ਸੈਸ਼ਨ ਨਹੀਂ ਸੱਦਿਆ। ਐਡਾ ਵੱਡਾ ਲਿਕਰ ਸਕੈਮ ਹੋਇਆ। ਤੁਹਾਡੇ ਲਿਕਰ ਪਾਲਿਸੀ ਤੁਹਾਨੂੰ ਜਿਹਨੇ ਬਣਾਈ ਸੀ ਸਸੋਦੀਆ ਸਾਹਿਬ ਨੇ, ਉਹਨਾਂ ਨੂੰ ਪਾਲਿਸੀ ਵਾਪਸ ਲੈਣੀ ਪੈ ਗਈ। ਉਹਦੇ ਵਾਸਤੇ ਤੁਸੀਂ ਸੈਸ਼ਨ ਨਹੀਂ ਸੱਦਿਆ, ਕਿਉਂਕਿ ਉਹੀ ਕਰਤਾ ਧਰਤਾ ਪੰਜਾਬ ਦੀ ਪਾਲਿਸੀ ਦੇ ਨੇ। ਕਰਜ਼ਾ ਤੁਸੀਂ ਰੋਜ਼ ਦੀ ਰੋਜ਼ ਨਵਾਂ ਲਈ ਜਾਂਦੇ ਹੋ, ਉਹਦੇ ਵਾਸਤੇ ਸੈਸ਼ਨ ਨਹੀਂ ਸੱਦਿਆ। ਟੀਚਰਾਂ ਨੂੰ ਜਿੰਨੀ ਬੇਰਹਿਮੀ ਨਾਲ ਮੀਥੇਰ ਸਾਹਿਬ ਦੇ ਘਰ ਦੇ ਬਾਹਰ ਆ ਫੋਟੋ ਵੇਖ ਲਓ, 2 ਤੁਹਾਨੂੰ ਪਤਾ ਲੱਗ ਜੂ, ਹੱਕ ਮੰਗਦੇ ਸੀ ਆਪ ਦਾ, ਕੋਈ ਬਲੈਕੀਏ ਨਹੀਂ, ਕੋਈ ਹੋਰ ਨਹੀਂ। ਆ ਮਾਰ ਡਾਂਗਾ, ਜਿਹੜਾ ਪੜਾਉਣ ਵਾਲਾ ਟੀਚਰ, ਉਹਦੀਆਂ ਉਂਗਲਾਂ ਤੱਕ ਤੁਸੀਂ ਤੋੜਤੀਆਂ, ਸੈਸ਼ਨ ਨਹੀਂ ਸੱਦਿਆ। ਮੁੱਦਿਆਂ ਦੇ ਤੇ ਸੈਸ਼ਨ ਸੱਦ ਨਹੀਂ ਰਹੇ। ਕੱਲਾ ਕੇਜਰੀਵਾਲ ਸਾਹਿਬ ਦਾ ਇੱਕ ਏਜੰਡਾ ਫਾਰਵਰਡ ਕਰਨ ਲਈ ਤੁਸੀਂ ਇਹ ਪਾਇਆ ਸੰਵਿਧਾਨ ਸਭਾ, ਜਿਹੜੇ ਪੰਜਾਬ ਦੇ ਲੋਕਾਂ ਦੇ ਮੁੱਦੇ ਡਿਸਕਸ ਕਰਨ ਵਾਸਤੇ, ਪੰਜਾਬ ਦੇ ਲੋਕਾਂ ਦੇ, ਗਰੀਬਾਂ ਦੇ, ਕਿਸਾਨਾਂ ਦੇ, ਇੰਡਸਟਰੀ ਦੇ, ਵਪਾਰੀ ਦੇ ਭਲੇ ਵਾਸਤੇ ਜਿਹੜੀ ਵਿਧਾਨ ਸਭਾ ਬਣੀ ਹੈ, ਉਹ ਡਿਸਕਸ ਕਰਨ ਵਾਸਤੇ ਜਿਸ ਚੀਜ਼ਾਂ ਦੀ ਡਿਸਕਸ਼ਨ ਚਾਹੀਦੀ ਸੀ, ਉਸ ਵਾਸਤੇ ਤਾਂ ਸੱਦਿਆ ਨਹੀਂ। ਤੁਸੀਂ ਕਿਹਾ ਸੀਗਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਊ, ਇੱਕ ਕਿਸਾਨ ਖੁਦਕੁਸ਼ੀ ਨਹੀਂ ਕਰੂਗਾ। ਖੁਦਕੁਸ਼ੀ ਰੁਕਦੀ ਨਹੀਂ।
ਕਰਜ਼ਾ ਉਹਨਾਂ ਦਾ ਤੁਸੀਂ ਮਾਫ ਕਰਦੇ ਨਹੀਂ, ਉਹਦੇ ਵਾਸਤੇ ਸੈਸ਼ਨ ਨਹੀਂ ਸੱਦਿਆ। ਨੌਕਰੀਆਂ ਵਾਸਤੇ ਸੈਸ਼ਨ ਨਹੀਂ ਸੱਦਿਆ ਕਿ ਕਦੋਂ ਤੋਂ ਦਊਂਗੇ, ਮਗਰ ਆ ਡਰਾਮੇ ਵਾਸਤੇ ਸੱਦ ਲਿਆ। ਮੈਂ ਤੁਹਾਨੂੰ ਇਹ ਪੁੱਛਦਾ ਜੀ, ਗਵਰਨਰ ਸਾਹਿਬ ਨੇ ਫੈਸਲਾ ਤਾਂ ਚਲੋ ਇੱਕ ਸਹੀ ਕੀਤਾ, ਮਗਰ ਗਵਰਨਰ ਸਾਹਿਬ ਐ ਨਾ ਜਾਪੇ ਕਿ ਤੁਹਾਡਾ ਵੀ ਕੋਈ ਨਾ ਕੋਈ ਰੋਲ ਅਸਲੀਅਤ ਤੱਕ ਪਹੁੰਚਣ ਦਾ ਨਹੀਂ ਹੈ। ਮੈਂ ਕਿਉਂ ਇਹ ਗੱਲ ਕੀਤੀ, ਦੇਖੋ ਰੌਲਾ ਸ਼ੁਰੂ ਕਿੱਥੋਂ ਹੋਇਆ, ਵੀ ਹੈਵ ਟੂ ਗੋ ਬੈਕ ਟੂ ਦੈਟ। ਰੌਲਾ ਸ਼ੁਰੂ 14 ਤਰੀਕ ਨੂੰ ਹੋਇਆ, ਜਦੋਂ ਹਰਪਾਲ ਚੀਮਾ ਸਾਹਿਬ, ਹੂ ਇਜ਼ ਨੰਬਰ 2 ਇਨ ਕੈਬਨਿਟ, ਫਾਈਨੈਂਸ ਮਿਨਿਸਟਰ ਆਫ ਦ ਸਟੇਟ, ਉਹ ਤੇ ਆਪਣਾ ਅਮਨ ਅਰੋੜਾ ਸਾਹਿਬ ਕਹਿੰਦੇ ਆ ਜੀ ਕਿ ਲੋਕਤੰਤਰ ਨੂੰ ਖਤਰਾ ਹੋ ਗਿਆ, ਔਰ ਕਹਿੰਦੇ ਅਸੀਂ ਸਾਰੇ ਹੀ ਸਬੂਤ ਲੈ ਕੇ ਹੁਣੇ ਚੱਲੇ ਆ ਡੀਜੀਪੀ ਕੋਲ। 10 ਐਮਐਲਏ ਨੂੰ ਲੈ ਕੇ ਚਲੇ ਗਏ, ਇਲਜ਼ਾਮ ਲਾਤਾ ਕਿ 25-25 ਕਰੋੜ ਰੁਪਈਆ, ਭਾਵੇਂ ਉਹ ਪੰਜਾਬ ਦੇ ਖਜ਼ਾਨਚੀ ਨੇ ਹਰਪਾਲ ਚੀਮਾ ਸਾਹਿਬ, ਮਗਰ ਬੇਵ ਉਦਣ ਕਰਨ ਲੱਗ ਗਏ ਜਿਵੇਂ ਭਾਜਪਾ ਦੇ ਨੋਟ ਉਹੀ ਗਿਣ ਰਹੇ ਸੀ। 1875 ਕਰੋੜ ਕਹਿੰਦੇ ਰੱਖ ਲਿਆ ਸਾਡੇ ਵਾਸਤੇ। ਮਗਰ ਜਿਹੜੀ ਕੰਪਲੇਂਟ ਦਿੱਤੀ, ਐਸ ਜਰਨਲਿਸਟ ਮੈਂ ਤੁਹਾਨੂੰ ਪੁੱਛਦਾ, ਕਿਉਂਕਿ ਤੁਸੀਂ ਚੌਥਾ ਪਾਵਾ ਹੋ ਡੈਮੋਕ੍ਰੇਸੀ ਦੇ, ਉਹ ਐਫਆਈਆਰ ਦੇ ਦਰਸ਼ਨ ਹੋਏ ਅੱਜ ਤੱਕ ਤੁਹਾਨੂੰ? ਨਹੀਂ ਹੋਏ। ਚਲੋ ਉਹ ਵੀ ਮੈਂ ਅੱਜ ਕਰਾਊਂਗਾ ਤੁਹਾਨੂੰ। ਉਹ ਐਫਆਈਆਰ ਜਿੱਡੀ ਹਾਸੋਹੀਣੀ ਤੇ ਨੌਨ ਸੈਂਸਿਕਲ ਬੋਗਸ ਝੂਠ ਦਾ ਪਲੰਦਾ ਉਹ ਐਫਆਈਆਰ ਹੈ, ਉਹ ਬਾਅਦ 'ਚ ਡਿਸਕਸ ਕਰਾਂਗੇ। ਮਗਰ ਉਸ ਕਰਕੇ ਸੈਸ਼ਨ ਸੱਦਿਆ ਗਿਆ। ਗਵਰਨਰ ਸਾਹਿਬ, ਮੇਰੀ ਤੁਹਾਡੇ ਤੋਂ ਪਹਿਲੀ ਡਿਮਾਂਡ, ਪੰਜਾਬ ਤੇ ਬੋਝ ਪੈਣ ਤੋਂ ਤੁਸੀਂ ਬਚਾ ਲਿਆ, ਤੁਹਾਡਾ ਧੰਨਵਾਦ ਹੈ, ਮਗਰ ਮਾਰਕ ਐਨ ਇਨਕੁਆਇਰੀ ਅਸੀਂ ਚਾਹੁੰਦੇ ਸੱਚ ਸਾਹਮਣੇ ਆਵੇ ਕਿ ਜੇ ਕੋਈ ਬੀਜੇਪੀ ਦਾ ਲੀਡਰ, ਜੇ ਕੋਈ ਦਲਾਲ ਐਜ ਸਜੈਸਟਡ ਐਂਡ ਐਲੀਗੇਸ਼ਨ ਮੇਡ ਬਾय ਹਰਪਾਲ ਚੀਮਾ ਤੇ ਅਮਨ ਅਰੋੜਾ ਕਿ ਇਹ ਗੱਲਾਂ ਸੱਚ ਸੀ, ਤੇ ਉਹਨਾਂ ਦੇ ਚਿਹਰੇ ਬੇਨਕਾਬ ਹੋਣ, ਉਹਨਾਂ ਦੇ ਖਿਲਾਫ ਕਾਰਵਾਈ ਹੋਵੇ। ਤੇ ਜੇ ਉਹ ਐਲੀਗੇਸ਼ਨ ਝੂਠ ਹੈ ਤੇ ਫਿਰ ਇਹਨਾਂ ਦੇ ਖਿਲਾਫ ਕਾਰਵਾਈ ਕਰੋ। ਲੋਕਾਂ ਨੂੰ ਇਸ ਤਰ੍ਹਾਂ ਮੂਰਖ ਬਣਾਉਣ ਦੇ ਲਈ ਸੈਸ਼ਨ ਨਹੀਂ ਸੱਦੇ ਜਾ ਸਕਦੇ। ਤੇ ਦੂਜੀ ਗੱਲ, ਕੱਲ ਮੈਂ ਇਹਨਾਂ ਦਾ ਵੇਖ ਰਿਹਾ ਸੀ ਕਿ ਨੋ ਕੌਨਫੀਡੈਂਸ ਮੋਸ਼ਨ ਕੋਈ ਲਿਆਵੇ ਨਾ ਤਾਂ ਵੀ ਸੈਸ਼ਨ ਸੱਦਿਆ ਜਾਂਦਾ। ਤੇ ਮੈਂ ਸਮਝਦਾ 92 ਆਪ ਦੇ ਐਮਐਲਏ ਚੋਂ ਇੱਕ ਨੇ ਵੀ ਚਿੱਠੀ ਲਿਖੀ ਕਿ ਸਾਨੂੰ ਭਗਵੰਤ ਮਾਨ ਤੇ ਭਰੋਸਾ ਨਹੀਂ। 22 23 ਜਾਂ 24 ਐਮਐਲਏ ਨੇ ਆਪੋਜੀਸ਼ਨ ਦੇ, ਜੇ ਸਾਰੇ ਇਕੱਠੇ ਹੋ ਜਾਣ ਮਸਾ ਜਾ ਕੇ ਇਹਨਾਂ ਦੀ ਸਟਰੈਂਥ ਬਣਦੀ ਹੈ ਨੋ ਕੌਨਫੀਡੈਂਸ ਮੋਸ਼ਨ ਲਿਆਉਣ ਵਾਸਤੇ, ਨਾ ਉਹਨਾਂ ਦੀ ਕੋਈ ਚਿੱਠੀ। ਜੇ ਤੁਸੀਂ ਕੌਨਫੀਡੈਂਸ ਮੋਸ਼ਨ ਲਿਆਉਣਾ ਹੀ ਆਪਦਾ ਕਿ ਲੋਕਾਂ ਨੂੰ ਤੁਹਾਡੇ ਤੇ ਵਿਸ਼ਵਾਸ ਰਹਿ ਗਿਆ ਕਿ ਨਹੀਂ ਰਹਿ ਗਿਆ, ਵੈਸੇ ਤਾਂ ਜਿਮਨੀ ਚੋਣ ਸੰਗਰੂਰ ਨੇ ਕਲੀਅਰ ਕਰਤੀ ਸੀ ਗੱਲ 3 ਮਹੀਨਿਆਂ 'ਚ। ਤੁਹਾਡਾ ਹਨੀਮੂਨ ਪੀਰੀਅਡ 'ਚ ਹੀ ਕੰਮ ਮੁਕਾਤਾ ਸੀ ਕਿ ਤੁਹਾਡੇ ਤੇ ਭਰੋਸਾ ਨਹੀਂ ਰਹਿ ਗਿਆ ਲੋਕਾਂ ਨੂੰ। ਮਗਰ ਜੇ ਤੁਹਾਨੂੰ ਵਿਸ਼ਵਾਸ ਵਾਕਈ ਚੈੱਕ ਕਰਨਾ ਹੈ ਲੋਕਾਂ ਦਾ ਹੈ ਕਿ ਨਹੀਂ ਹੈ, ਤੇ ਅੱਜ ਮੈਂ ਭਗਵੰਤ ਮਾਨ ਜੀ ਤੁਹਾਡੇ ਤੋਂ ਡਿਮਾਂਡ ਕਰਦਾ, ਕਾਲ ਫॉर ਇਲੈਕਸ਼ਨਸ। ਇਲੈਕਸ਼ਨ ਆਪ ਦੀ ਪੰਜਾਬ ਦੀ ਵਿਧਾਨ ਸਭਾ ਰੱਦ ਕਰੋ, ਨਵੇਂ ਸਿਰੇ ਤੋਂ ਇਲੈਕਸ਼ਨ ਬੁਲਾਓ, ਫਿਰ ਪੰਜਾਬ ਦੇ ਲੋਕਾਂ ਨੂੰ ਕੌਨਫੀਡੈਂਸ ਮੋਸ਼ਨ ਅਸਲ ਉਹਨੂੰ ਕਵਾਂਗੇ ਕਿ ਲੋਕਾਂ ਨੂੰ ਕੀ ਤੁਹਾਡੇ ਤੇ ਵਿਸ਼ਵਾਸ ਰਹਿ ਗਿਆ ਕਿ ਨਹੀਂ ਰਹਿ ਗਿਆ। ਕਿਉਂਕਿ ਸੰਗਰੂਰ ਤੋਂ ਬਾਅਦ ਤੁਹਾਡੇ ਗੜ੍ਹ ਤੋਂ ਲੋਕਾਂ ਨੇ ਅਸਲ ਫੈਸਲਾ ਪਹਿਲਾਂ ਹੀ ਸੁਣਾ ਦਿੱਤਾ ਸੀ। ਹੁਣ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਉਹ 15 ਸਤੰਬਰ ਨੂੰ ਮੈਂ ਤਾਂ ਭਾਵੇਂ ਗੱਲ ਕੀਤੀ ਸੀ, ਮਗਰ ਅੱਜ ਤੱਕ ਉਹਦਾ ਜਵਾਬ ਨਹੀਂ ਮਿਲਿਆ। ਹੁਣ ਮੈਂ ਐਫਆਈਆਰ ਤੁਹਾਨੂੰ ਡਿਟੇਲ ਦਿਖਾ ਦਿਆਂ ਜੀ ਕਿ ਤੁਹਾਨੂੰ ਵੀ ਸਮਝ ਆ ਜਾਏ। ਮਾੜਾ ਜਿਹਾ ਵਿਖਾ ਦਿਓ, ਸੁਣਾ ਦਿਓ ਜੀ। ਆ 15 ਸਤੰਬਰ ਜੀ ਆਉਣਗੇ, ਔਰ ਜਿਵੇਂ BMW ਦਾ ਝੂਠ ਬੋਲਿਆ ਨਾ, ਜਿਵੇਂ ਪਹਿਲਾਂ ਕਈ ਝੂਠ ਬੋਲੇ ਸਿਕਿਉਰਿਟੀ ਦੇ ਉੱਤੇ ਤੇ ਹੋਰ ਮੁੱਦਿਆਂ ਤੇ, ਉਹ ਝੂਠ ਨਵਾਂ ਬੋਲਣਗੇ ਕਿ ਅਸੀਂ ਸੈਸ਼ਨ ਸੱਦਣ ਲੱਗੇ, ਔਰ ਸੈਸ਼ਨ ਸੱਦ ਕੇ ਕੌਨਫੀਡੈਂਸ ਮੋਸ਼ਨ ਲਿਆਉਣਗੇ ਆਪਦਾ। ਆ 15 ਸਤੰਬਰ ਦੀ ਆ। ਪੰਜਾਬ ਦੇ ਖਜ਼ਾਨੇ ਨਾਲ ਜਾਂ ਪੰਜਾਬ ਦੀ ਲੋਕ ਸੈਸ਼ਨ ਜੇ ਸੱਦਣਾ ਹੀ ਹੈ ਤੇ BMW ਦੇ ਮੁੱਦੇ ਤੇ ਸੱਦ ਲੈਂਦੇ, ਭਗਵੰਤ ਮੋਟਰ ਵਰਕਸ ਬਾਰੇ ਦੱਸ ਦਿੰਦੇ। ਸੈਸ਼ਨ ਜੇ ਸੱਦਣਾ ਹੀ ਹੈ ਤੇ ਭਗਵੰਤ ਮਾਨ ਜੀ ਨੂੰ ਲੋਕ ਭਗਵੰਤ ਮਾਨ ਕਿਉਂ ਕਹਿੰਦੇ ਆ?
ਉਸ ਵਾਸਤੇ ਸੱਜ ਲੈਂਦੇ ਕਿ ਤੁਸੀਂ ਜਹਾਜ਼ ਕਿਉਂ ਨਹੀਂ ਚੜੇ ਭਾਈ। ਮਤਲਬ ਇਹ ਵੀ ਪਹਿਲੀ ਵਾਰੀ ਹੋਇਆ। ਦੇਖੋ ਇਹ ਜਿਹੜੇ ਆਰੋਪ ਹੈ ਨਾ ਇਹਨਾਂ ਤੇ ਨਵੇਂ ਨਹੀਂ ਆ। ਮੈਂ ਕੱਲ ਇੱਕ ਵੀਡੀਓ ਵੇਖ ਰਿਹਾ ਸੀ, ਵੈਸੇ ਉਹ ਵੀ ਸੁਣਾਈ ਦੇ ਕੇਜਰੀਵਾਲ ਸਾਹਿਬ ਦੀ, ਕਹਿੰਦਾ ਲੋਕਾਂ ਨੇ ਬਲੀਦਾਨ ਦੇ ਦਿੱਤਾ, ਸਾਡੇ ਨੇ ਦੇਖੋ ਕਿੱਡੀ ਵੱਡੀ ਕੁਰਬਾਨੀ ਦਿੱਤੀ ਹੈ। ਕਿ ਉਹਨੇ ਸਹੁੰ ਖਾ ਲਈ ਕਿ ਮੈਂ ਹੁਣ ਤੋਂ ਪੈਗ ਨਹੀਂ ਲਾਊਂਗਾ, ਤੇ ਸਮਾਂ ਤਾਂ ਫੇਰ ਨਹੀਂ ਟੱਪਿਆ ਕਿ ਪੈਗ ਵੀ ਲਾ ਲਿਆ। ਤੁਸੀਂ ਜਾ ਕੇ ਇਸ ਨੂੰ ਡਿਬੇਟ ਬਣ ਗਿਆ ਇਹ ਇੱਕ, ਮਤਲਬ ਕਿ ਅੱਜ ਤੱਕ ਮੈਂ ਤਾਂ ਭਗਵੰਤ ਮਾਨ ਜੀ ਤੁਹਾਨੂੰ ਇੱਕ ਰਿਕੁਐਸਟ ਕਰਦਾ, ਹੁਣ ਪੀਤੀ ਨਹੀਂ ਪੀਤੀ ਉਹ ਜਾਂ ਤਾਂ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜੇ, ਉਹ ਜਿਹੜੇ 2 ਪੁਲਿਸ ਵਾਲੇ ਨਾਲ ਸੀ, ਇੱਕ ADGP ਪਾਂਡੇ ਸੈਂਟਰ ਕਰੇ, ਕਿਉਂਕਿ ਪੰਜਾਬ ਪੁਲਿਸ ਨੇ ਤਾਂ ਕੀ ਕਰਨੀ ਹੈ, ਜਾਂ ਪੁਲਿਸ ਦੇ ਮੁਲਾਜ਼ਮ, ਜਾਂ ਉਹਨਾਂ ਦੀ ਇਨਕੁਆਇਰੀ ਹੋ ਜਾਏ, ਜਾਂ ਭਗਵੰਤ ਮਾਨ ਜੀ ਬੈਸਟ ਤਰੀਕਾ ਤੁਹਾਨੂੰ ਦੱਸ ਦਿਆ, ਇਫ ਯੂ ਵਾਂਟ ਟੂ ਲੇ ਦਿਸ ਕੰਟਰੋਵਰਸੀ ਟੂ ਰੈਸਟ, ਤੁਸੀਂ ਆਪ ਹੀ ਚਿੱਠੀ ਲਿਖ ਦਿਓ ਸੈਂਟਰ ਨੂੰ ਕਿ ਭਾਈ ਲਫਥੈਂਜ਼ਾ ਵਾਲਿਆਂ ਨੂੰ ਲਿਖ ਦਿਓ ਚਿੱਠੀ, ਇੱਕ ਸੈਂਟਰ ਨੂੰ ਲਿਖ ਦਿਓ, ਉੱਥੋਂ ਰਿਪੋਰਟ ਹੀ ਆ ਜੇ ਕਿ ਸੱਚ ਕੀ ਸੀ ਝੂਠ ਕੀ ਸੀ, ਨਿਪਟਾਰਾ ਹੋ ਜੂ। ਇਹ ਰੌਲਾ ਪਿਆ ਕਿਉਂ? ਉਸ ਗੱਲ ਨੂੰ ਰੈਸਟ ਤੇ ਰੱਖ ਦਿਓ ਕਿ ਪੰਜਾਬ ਦੀ ਬੇਇੱਜ਼ਤੀ ਤਾਂ ਨਾ ਹੋਵੇ। ਮਗਰ ਇਹਨਾਂ ਨੇ ਕਰਨਾ ਨਹੀਂ। ਹੁਣ ਮੈਂ ਅਗਲੀ ਗੱਲ ਤੇ ਆ ਜਾ, ਉਹ ਦਿਖਾ ਦੇ ਭਾਈ ਥੋੜਾ। नेता हो तो ऐसा हो, हाँ, जो जनता के लिए किसी भी किस्म की कुर्बानी करने को तैयार हो। देख लो जी कितनी कुर्बानी देती भगवंत मान। आज की स्वार्थी दुनिया में हाँ, जब एक आदमी अपने माँ बाप के लिए कुछ नहीं करता, वाकई नहीं करता, बच्चों के लिए कुछ नहीं करता, ये झूठी सौख आ जाता। ऐसी स्वार्थी दुनिया में इतना बड़ा संकल्प करना, देख लो किड्डा संकल्प, ये कोई छोटी बात नहीं है ना भाई कि ना, 1 जनवरी के बाद से मैं ना दारू को हाथ नहीं लगा। ਨਾ ਭੱਲਾ ਪੱਲੇ ਤੇਰੇ। ਦੱਸੋ ਇਹ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ? ਮਾਂ ਦੇ ਨਾਂ ਦੀ ਝੂਠ ਖਾ ਕੇ ਐਡਾ ਮੁੱਖ ਮੰਤਰੀ, ਮੈਂ ਮੁੱਖ ਮੰਤਰੀ ਛੱਡੋ, ਅਮਰੀਕਾ ਨੂੰ ਰਾਸ਼ਟਰਪਤੀ ਨਹੀਂ ਲੱਭਣਾ ਇਹ ਜਿਹੜਾ ਮਾਂ ਦੀ ਸਹੁੰ ਖਾ ਜੇ ਤੇ ਉਹਦਾ ਸੰਕਲਪ ਐਡਾ ਵੱਡਾ ਦੱਸੀ ਜਾਵੇ। ਇਹ ਦੋਵੇਂ ਕਲਾਕਾਰ ਨੇ, ਨਟਵਰ ਲਾਲ ਦੇ ਵੀ ਪਿਓ ਨੇ ਇਹ। ਉਹਨੇ ਦਿੱਲੀ ਸੈਸ਼ਨ ਸੱਦ ਲਿਆ, ਇਹ ਲੋਕਾਂ ਨੂੰ ਇੱਥੇ ਮੂਰਖ ਬਣਾਉਣਾ ਸ਼ੁਰੂ ਕਰਤਾ। ਕਮਾਲ ਦੀ ਗੱਲ ਯਾਰ, ਮੈਂ ਤਾਂ ਇਹਨਾਂ ਦੀ ਗੱਲਾਂ ਵੇਖ ਵੇਖ ਹੈਰਾਨ ਹੋਈ ਜਾਂਦਾ। ਔਰ ਉੱਤੋਂ ਇਸ਼ਤਿਹਾਰ, ਮਤਲਬ ਕਿਸੇ ਨੇ ਬਹੁਤ ਵਧੀਆ ਵਾਕਈ ਇਹਨਾਂ ਦਾ ਕਾਮ ਹੀ ਬੋਲਦਾ। ਇਸ਼ਤਿਹਾਰ ਵੀ ਦੇ ਦਿੱਤੇ ਉੱਤੋਂ ਦੇ, ਅੰਗਰੇਜ਼ੀ 'ਚ ਦਿੱਤੇ ਸੀ ਜੀ, ਪੰਜਾਬੀ 'ਚ ਤਾਂ ਸਹੀ ਅੱਖਾਂ ਦਾ ਸਾਡਾ ਕਾਮ ਬੋਲਦਾ, ਵਾਕਈ ਬੋਲਦਾ ਤੁਹਾਡਾ ਇਸ਼ਤਿਹਾਰ ਵੀ। ਰੱਬ ਦੇਖੋ, ਰੱਬ ਕਈ ਵਾਰੀ ਸਹੀ ਕੰਮ ਸਾਹਮਣੇ ਲੈ ਆਉਂਦਾ। ਐਡਾ ਅਦਾਰਾ 50-50 ਕਰੋੜ ਦੇ ਇਸ਼ਤਿਹਾਰ ਦੇ ਤੇਰੇ ਦੀ ਲੈ ਤੇਰੇ ਦੀ, ਪੈਸੇ ਤਾਂ ਹੈ ਨਹੀਂ ਖਜ਼ਾਨੇ 'ਚ ਤੇ ਕੰਮ ਚਾੜੀ ਆਉਂਦੇ। ਚਲੋ ਇਸ਼ਤਿਹਾਰ ਵਾਲੀ ਗੱਲ ਤੇ ਮੈਂ ਵਾਲਾ ਨਹੀਂ ਚਾਹੁੰਦਾ, ਕਿਉਂਕਿ ਤੁਹਾਡੀ ਵੀ ਰੋਟੀ ਨੂੰ ਐਵੇਂ ਲੱਤ ਵੱਜ ਸਕਦੀ ਹੈ, ਕੋਈ ਗੁੱਸਾ ਹੀ ਨਾ ਕਰ ਜੇ। ਮੈਂ ਹੁਣ FIR ਤੇ ਆ ਜਾ ਜੀ, ਤੁਹਾਨੂੰ ਤਾਂ FIR ਦੇ ਦਰਸ਼ਨ ਨਹੀਂ ਹੋਏ ਜਿਹੜਾ ਸਟਾਰਟਿੰਗ ਪੁਆਇੰਟ ਹੈ, ਨਹੀਂ ਹੋਏ ਨਾ। ਇਟ ਆਲ ਸਟਾਰਟਡ ਫਰੋਮ ਖਰੀਦੋ ਫਰੋਖਤ, ਇਟ ਆਲ ਸਟਾਰਟਡ ਫਰੋਮ ਦੀ ਐਲੀਗੇਸ਼ਨ ਉਹ 25-25 ਕਰੋੜ, ਜਿਹੜੀ ਪੰਜਾਬ 'ਚ ਕਦੇ ਸੁਣੀ ਨਹੀਂ ਕਿ ਹਲੇ ਕੱਟੜ ਇਮਾਨਦਾਰ ਹੋਣ। ਕੀ ਕਹਿੰਦੇ, ਇੱਕ ਮੈਂ ਤੈਨੂੰ ਸੁਣਾਈ ਸੀ, ਕਿਹੜੇ ਸਿਪਾਹੀ, ਕਹਿੰਦੇ ਕਾਹਦੇ ਸਿਪਾਹੀ ਆ, ਮੈਂ ਤੈਨੂੰ ਹੈਂ ਆਹੋ, ਕਹਿੰਦੇ ਅਸੀਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਸਿਪਾਹੀ ਆ। ਪਤਾ ਨਹੀਂ ਕਿਹੇ ਜੀ ਫੌਜ ਦੇ ਸਿਪਾਹੀ ਆ ਜਿਨ੍ਹਾਂ ਨੂੰ ਇਹ ਜਿਹਾ ਖਤਰਾ ਪੈ ਗਿਆ। ਆ ਮੈਂ ਤੈਨੂੰ ਉਹ ਕਾਗਜ਼ 'ਚ ਲਿਖਿਆ ਸੀ, ਸਿਪਾਹੀ ਦੱਸਦਾ ਸੀ ਇਹਦੇ 'ਚ। ਚਲੋ ਅੱਗੇ ਦਿਖਾ ਦਈਏ, ਉਹਦੇ 'ਚ ਮੈਂ ਇੱਕ ਵੀਡੀਓ ਤੈਨੂੰ ਤਿਆਰ ਕਰਾਈ ਸੀ। ਮਗਰ ਮੈਂ ਹੋਰ ਸੁਣਾਦਾ ਇਹ ਸਿਪਾਹੀ ਕਿਹੇ ਜਿਹੇ ਆ, ਉਹ ਫੋਟੋ ਵਿਖਾਈ ਦੂਜੀ। ਆ ਸਿੰਗਲਾ ਜੀ ਤੇ ਪਰਚਾ ਕਿਹਨੇ ਕਰਾਇਆ? ਕਿਹਨੇ ਕਰਾਇਆ ਸਿੰਗਲਾ ਜੀ ਤੇ ਪਰਚਾ? ਇਹਨਾਂ ਦਾ ਮੰਤਰੀ ਸੀ। ਆ ਦੱਸੋ ਕਿੱਥੇ ਬੈਠਿਆ? ਭਗਵੰਤ ਮਾਨ ਜੀ ਤਾਂ ਜਹਾਜ਼ ਮਿਸ ਕਰ ਗਏ, ਇਹ ਸਸੋਦੀਆ ਸਾਹਿਬ ਨਾਲ ਜਾ ਕੇ ਬੈਠੇ। ਆ ਮੈਂ ਹੁਣ ਆ ਫੋਟੋ ਤਾਜ਼ੀ ਆ, ਆ ਜਿਹੜੀ ਦਿੱਲੀ 'ਚ ਇਹਨਾਂ ਦਾ ਸੰਮੇਲਨ ਹੋਇਆ। ਹੁਣ ਦੱਸ ਦਿਓ ਕੌਣ ਸੱਚ ਬੋਲ ਰਿਹਾ, ਕੌਣ ਝੂਠ ਬੋਲ ਰਿਹਾ? ਮੈਂ ਤਾਂ ਭਗਵੰਤ ਮਾਨ ਜੀ ਤੁਹਾਨੂੰ ਅਗਲਾ ਸਵਾਲ, ਸਭ ਨੂੰ ਪਤਾ ਕੇਜਰੀਵਾਲ ਤੁਹਾਡਾ ਮਾਈ ਬਾਪ, ਤੇ ਮਾਈ ਬਾਪ ਤੋਂ ਬਾਅਦ ਛੋਟਾ ਬਾਪ ਸਸੋਦੀਆ, ਤੇ ਇਹ ਤਾਂ ਜਾ ਕੇ ਉਧਰ ਗਲਵੱਕੜੀ ਪਾਈ ਜਾਂਦਾ। ਤੇ ਭਾਈ ਸਾਹਿਬ ਆਪਣਾ ਕੀ ਸਟੈਂਡ ਹੈ ਇਹਦੇ ਤੇ? ਤੁਸੀਂ ਤਾਂ ਇਹਨੂੰ ਪਾਰਟੀ ਚੋਂ ਕੱਢਣ ਨੂੰ ਫਿਰਦੇ ਸੀ, ਕਰਪਟ ਬੰਦਾ, ਤੁਸੀਂ ਡਿਸਮਿਸ ਕੀਤਾ। ਹਰ ਗੱਲ 'ਚ ਦੋਗਲੀਆਂ ਗੱਲਾਂ। ਐਂਡ ਦਿਸ ਫੋਟੋਗ੍ਰਾਫ ਦੀ ਤਰੀਕ ਦੱਸ ਦੇ ਯਾਰ, ਜਿਸ ਦਿਨ ਜਹਾਜ਼ ਚਲੋ ਅਗਲੀ ਗੱਲ ਆ ਜਾਓ ਜੀ। FIR ਹੁਣ FIR ਰਜਿਸਟਰ ਕਿੱਥੇ ਹੋਈ?
ਤੁਹਾਨੂੰ ਥਾਣਾ ਪਤਾ ਜੀ ਕਿਹੜਾ? ਉਹੀ ਥਾਣਾ, ਇੱਕੋ ਥਾਣਾ ਜਿੱਥੇ ਦਾਸ ਤੇ ਹੋਈ ਰਾਤ ਦੇ ਹਨੇਰੇ 'ਚ ਤਿੰਨ ਡੀਜੀਪੀ ਬਦਲ ਕੇ ਚट्टोपाध्याय ਸਾਹਿਬ ਤੇ ਮੇਰਾ ਰਿਸ਼ਤੇਦਾਰ। ਉਹ ਮਹਾਰਾਜ ਜੀ ਥਾਣਾ ਤਾਂ ਉਹੀ ਸੀ, ਮੈਂ ਤਾਂ ਥਾਣੇ ਦੀ ਗੱਲ ਕੀਤੀ, ਸਰਕਾਰ ਦੀ ਨਹੀਂ ਕੀਤੀ। ਸਰਕਾਰ ਉਸੇ ਪੈਰਾਂ ਤੇ ਜਿੱਤੇ ਪੈਰਾਂ ਤੇ ਪਹਿਲੀ ਸਰਕਾਰ ਸੀ। ਮੈਂ ਤਾਂ ਦੱਸ ਰਿਹਾ ਕਿ ਇਹ ਵੀ ਉਹਨਾਂ ਤੋਂ ਸਿੱਖ ਕੇ ਆਏ ਆ। ਦਾਸ ਦਾ FIR ਨੰਬਰ ਕਿੰਨਾ ਸੀ? 0002 ਤੇ FIR ਨੰਬਰ ਕਿੰਨਾ ਹੈ? 0003। ਹਾਂ ਦੇਖੋ, ਦਾਸ ਤੋਂ ਬਾਅਦ ਸਿੱਧਾ ਹੀ ਕੰਮ ਟੁੱਟਿਆ ਨਹੀਂ, ਲੜੀ ਚਲਾਤੀ। ਜੋ ਇਸ ਕੇਸ ਦਾ ਹਾਲ ਹੋਇਆ ਉਹ ਇਸ ਕੇਸ ਦਾ ਹਾਲ ਹੋਣਾ, ਮਗਰ ਇਸ ਕੇਸ 'ਚ ਤਾਂ ਅੱਗੇ ਬੱਖਾਂ ਲੈ ਅੱਗਾ ਕੰਮ ਚੱਲੂ। FIR ਨੰਬਰ 0002 ਮੈਂ ਪੜ੍ਹ ਹੀ ਦਿੰਦਾ ਯਾਰ, ਤੁਹਾਡੀ ਤਸੱਲੀ ਹੋ ਜੂ। ਪੰਜਾਬ ਪੁਲਿਸ ਸਟੇਸ਼ਨ ਸਟੇਟ ਕ੍ਰਾਈਮ ਨਗਰ, ਉਹ ਉੱਥੇ ਮੌਲੀ ਜੀ, SAS ਨਗਰ, ਉਹੀ ਜੀ ਉਹੀ। ਸ਼ੁਕਰ ਹੈ ਇੰਨਾ ਹੀ ਫਰਕ ਹੈ ਕਿ ਇਹ ਸਵੇਰੇ ਹਲੇ ਜੇ ਚट्टोपाध्याय ਸਾਹਿਬ ਹੁੰਦੇ ਉਹਨਾਂ ਨੇ ਤਾਂ 3-4 ਵਜੇ ਕੱਟਣੀ ਸੀ, 3 AM 4 AM। ਇਹਨਾਂ ਨੇ ਯਾਦਵ ਸਾਹਿਬ ਨਾਲ ਟਾਈਮ ਨਾਲ ਹੀ ਕੱਟਤੀ, ਉਹ 6:43 ਤੇ। ਹਾਂ 18:43 14/9/22। ਹੁਣ 14/9/22 ਤੇ ਅੱਜ ਹੋ ਗਈ 22/9/22। ਕਿੰਨੇ ਦਿਨ ਬੀਤ ਗਏ? 9 ਦਿਨ ਹੁੰਦੇ ਆ। 14 15 16 17 18 19 20 21 22 9 ਦਿਨ ਬੀਤਣ ਤੋਂ ਬਾਅਦ ਤੁਹਾਡੇ FIR ਨਹੀਂ ਹੱਥ ਲਈ, ਦਾਸ ਨੂੰ ਲੈ ਕੇ ਆਉਣੀ ਪਈ। ਮੰਨਦੇ ਹੋ ਨਾ? ਫਿਰ ਦਾਸ ਦੇ ਸੈੱਲ ਥਾਣਾ ਆਪਣਾ ਸੀ। ਇਹ ਤਾਂ ਸ਼ੁਕਰ ਕਰੋ ਹਰੇ ਉਹ ਬਲਰਾਜ ਸਿੰਘ ਨਹੀਂ ਸੀ ਆਈਓ, ਉਹਨੂੰ ਵੀ ਲਾਈ ਦਿਓ। ਚਲੋ ਉਹ ਰੱਬ ਉਹਨੂੰ ਵੀ ਸਵਰਗਾਂ 'ਚ ਖੁਸ਼ ਰੱਖੇ ਜੀ। ਐਵੇਂ ਕਿਸੇ ਬਾਰੇ ਕੀ ਕਹਿਣਾ। ਅੱਛਾ, ਧਾਰਾ ਕਿਹੜੀ ਲਾਈ ਜੀ? 171B 120B ਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ 8। ਹੁਣ ਸਭ ਤੋਂ ਵਧੀਆ ਗੱਲ, ਹੂ ਇਜ਼ ਦ ਕੰਪਲੇਨੈਂਟ? ਹੂ ਇਜ਼ ਦ ਕੰਪਲੇਨੈਂਟ? ਤੁਹਾਨੂੰ ਪਤਾ ਜੀ? ਕੰਪਲੇਨੈਂਟ ਨੇ ਵਿਧਾਨ ਸਭਾ, ਪਵਿੱਤਰ ਵਿਧਾਨ ਸਭਾ ਦੇ ਕਸਟੋਡੀਅਨ, ਡਿਪਟੀ ਕਸਟੋਡੀਅਨ ਸਾਹਿਬ ਰੋੜੀ ਸਾਹਿਬ। ਰੋੜੀ ਸਾਹਿਬ, ਭਾਈ ਸਾਹਿਬ, ਤੁਹਾਡੇ ਤੇ ਤਾਂ ਮਤਲਬ ਡਬਲ ਜ਼ਿੰਮੇਵਾਰੀਆਂ ਨੇ। ਕੱਲੀ ਇਹ ਨਹੀਂ ਕਿ ਤੁਸੀਂ ਇੱਕ MLA ਹੋ, ਤੁਸੀਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਹੋ। ਤੁਹਾਡੇ ਵੱਲੋਂ FIR ਕਰਾਈ ਗਈ ਹੋਵੇ, ਅੱਜ 9 ਦਿਨਾਂ ਤੱਕ ਉਹਦਾ ਰਿਜ਼ਲਟ ਕੀ? 0। ਇੱਕ ਅਰੈਸਟ ਉਹਦੇ 'ਚ ਹੋਈ ਹੋਵੇ, ਇੱਕ ਕਾਰਵਾਈ ਹੋਈ ਹੋਵੇ। ਮੈਂ ਤਾਂ ਜੀ ਯਾਦਵ ਸਾਹਿਬ ਚਾਹੁੰਦਾ ਨਹੀਂ ਸੀ ਕਿ DGP ਸਾਹਿਬ ਮੈਂ ਤੁਹਾਡੇ ਤੇ ਕੋਈ ਸਵਾਲ ਉਠਾਵਾਂ, ਮਗਰ ਮਜਬੂਰਨ ਹੈ ਜੋ ਉਠਾਉਣਾ ਪੈ ਰਿਹਾ। ਗੱਲਾਂ ਤਾਂ ਦੋ ਨੇ ਮਿੱਤਰੋ ਇਹਦੇ 'ਚ। ਜਾਂ ਤਾਂ FIR ਦੇਖੋ ਐਡੀ ਬੋਗਸ ਹੈ ਕਿ ਯਾਦਵ ਸਾਹਿਬ ਨੇ ਕਿਹਾ ਭਾਈ ਇਹਦੇ 'ਚ ਕੋਈ ਕਾਰਵਾਈ ਨਹੀਂ ਹੋ ਸਕਦੀ, ਤੇ ਜਾਂ ਦੂਜੀ ਗੱਲ ਕਿ ਯਾਦਵ ਸਾਹਿਬ ਤੁਸੀਂ ਐਡੇ ਇਨਕੰਪੀਟੈਂਟ ਹੋ ਕਿ ਤੁਸੀਂ ਕੋਈ ਕਾਰਵਾਈ ਨਹੀਂ ਕਰਦੇ। ਯਾਰ 9 ਦਿਨ ਹੋ ਗਏ, ਪੰਜਾਬ ਦੀ ਵਿਧਾਨ ਸਭਾ, ਪੰਜਾਬ ਦੇ MLAs ਨੂੰ 2000 ਕਰੋੜ 25 ਕਰੋੜ 'ਚ ਖਰੀਦਣ ਦੀ ਐਲੀਗੇਸ਼ਨ ਹੋਵੇ। ਇਹ ਤੋਂ ਇੰਪੋਰਟੈਂਟ ਮੁੱਦਾ ਕੋਈ ਨਹੀਂ, ਪੰਜਾਬ ਦਾ ਜਲਾ ਸੱਦ ਲਿਆ ਗਿਆ ਹੋਵੇ, ਕਰੋੜਾਂ ਰੁਪਈਏ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੋਵੇ ਇੱਕ ਸੈਸ਼ਨ ਸੱਦੇ ਦਾ, ਤੇ ਜਿਹੜੀ FIR ਹੋਈ ਆ ਉਹਦਾ ਰਿਜ਼ਲਟ 0। ਤੇ ਹਰਪਾਲ ਚੀਮਾ ਸਾਹਿਬ ਕੀ ਕਹਿੰਦੇ ਸੀ? ਕਹਿੰਦਾ ਮੈਂ ਸਾਰੇ, ਉਹ ਵੀਡੀਓ ਸੁਣਾਵਾਂ ਕਿ ਨਹੀਂ ਲੋੜ? ਸੁਣਾ ਦਿਆਂ, ਉਹ ਵੀ ਮਾੜੀ ਜੀ ਸੁਣਾਈ। ਕਹਿੰਦਾ ਸਾਰੇ ਤੱਥ, ਸਾਰੇ ਸਬੂਤ ਲੈ ਕੇ ਚੱਲਿਆ, ਜਿਵੇਂ ਪਤਾ ਨਹੀਂ ਬੰਦਾ ਵੀ ਵਿੱਚ ਜੇਬ 'ਚ ਹੀ ਪਾਇਆ ਸੀ, ਲਿਆ ਕੇ ਫੜਾ ਦੇਣਾ ਉੱਥੇ, ਮਗਰ ਸਬੂਤ ਦਿੱਤੇ ਕਿ ਅੱਗੇ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ। ਪਰਚਾ ਦਰਜ ਕਿਹਦੇ ਖਿਲਾਫ ਹੋਇਆ? ਕਸਟੋਡੀਅਨ ਆਫ ਦਾ ਹਾਊਸ ਜੈ ਕਿਸ਼ਨ ਰੋੜੀ ਸਾਹਿਬ। ਤੁਸੀਂ ਵੀ ਜੇ ਇਸ
ਜਾਲਸਾਜ਼ੀ 'ਚ 420 'ਚ ਸ਼ਾਮਿਲ ਹੋਣਾ, ਜਾਨ ਤੁਹਾਡੀ ਵੀ ਨਹੀਂ ਬਚਣੀ। ਫਿਰ ਪਰਚਾ ਦਰਜ ਕਰਾ ਰਹੇ ਅਨਨੋਨ ਪੀਪਲ ਦੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਸਾਰੇ ਸਬੂਤ ਨੇ, ਦੂਜੇ ਪਾਸੇ ਤੁਸੀਂ ਅਨਨੋਨ ਪੀਪਲ ਤੇ ਪਰਚਾ ਦਰਜ ਕਰਾਇਆ। ਮੈਂ FIR ਦੀ ਕਾਪੀ ਵੀ ਭੇਜ ਦੇ ਭਾਈ, ਇੱਥੇ ਪੂਰੀਆਂ ਜਿੰਨੀਆਂ ਕਿ ਨੇ ਉਨੀਆਂ ਸਾਂਭ ਲਿਓ। ਭਾਵੇਂ ਆ ਤੁਹਾਨੂੰ ਸਪਲਾਈ ਕਰਨ ਤੋਂ ਬਾਅਦ ਇਹ ਨਾ ਹੋਵੇ ਫੇਰ ਕੋਈ ਬਦਲਿਆ ਜਾਵੇ। ਅੱਗੇ 6-7 ਮਹੀਨਿਆਂ 'ਚ 8-10 ਬਦਲੇ ਗਏ, ਹੋਰ ਬਦਲੇ। ਹੁਣ FIR ਸੁਣ ਲਿਓ ਜੀ 2 ਮਿੰਟ। ਅੱਛਾ, ਜਿਵੇਂ ਮੇਰੇ ਤੇ FIR ਦਰਜ ਕੀਤੀ ਆ, ਸੁਣ ਲਿਓ ਜੀ, ਸੁਣ ਲਿਓ, ਫੇਰ ਤੁਸੀਂ ਕਹੋਗੇ ਕੋਈ ਗੱਲ ਰਹਿ ਗਈ। ਮੇਰੇ ਤੇ ਵੀ ਕਹਿੰਦੇ ਸੀ AG ਦੀ ਐਡਵਾਈਸ ਲਈ। ਹੁਣ AG ਵੀ ਸਰਕਾਰ ਲਾਉਂਦੀ ਆ, ਜਿਹੜੀ ਮਰਜ਼ੀ ਐਡਵਾਈਸ ਲੈ ਲਵੇ। ਇਹਦੇ 'ਚ ਵੀ ਲਾਅ ਅਫਸਰ ਐਡਵਾਈਸ ਦੇ ਰਿਹਾ। ਵੇਖੋ, ਜੇ FIR ਦੀ ਪੈਰਾਂ 'ਚ ਦਮ ਹੋਵੇ ਤੇ 9 ਦਿਨਾਂ 'ਚ ਤਾਂ ਥਾਣੇਦਾਰ ਰਿਜ਼ਲਟ ਕੱਢ ਦਿੰਦਾ। ਇੱਥੇ DGP ਸਾਹਿਬ ਤੋਂ ਰਿਜ਼ਲਟ ਨਹੀਂ ਨਿਕਲ ਰਿਹਾ। FIR ਐਡੀ ਬੋਗਸ ਹੈ ਤੇ ਐਡੀ ਲੂਸਲੀ ਵਰਡਡ ਹੈ ਤੇ ਐਡੀ ਯੂਸਲੈਸ ਹੈ। ਅੱਗੇ ਸੁਣ ਲਓ ਕਹਿੰਦੇ ਕੀ ਹੈ ਜੀ। ਟੂ ਦ ਡਾਇਰੈਕਟਰ ਜਨਰਲ ਆਫ ਪੁਲਿਸ, Punjab Police Headquarters, Sector 9A, Chandigarh. Subject: complaint for registration of FIR for commission of offence under Section 8 of the Prevention of Corruption Act 1988 and Sections 171B, 120B of the Indian Penal Code. Sir, it is submitted as under. The complaints as per the list attached in Annexure A are elected MLAs from the Aam Aadmi Party. Dooji gal, during the past 1 week, the complainants have received telephonic calls from different people who claim themselves to be members of Bharatiya Janata Party. The offset persons who made their calls offered to give rupees 25 crores and ministerial posts if the complainants agree to leave Aam Aadmi Party and join the Bharatiya Janata Party. The callers claim to be calling the complainants on behalf of the top leadership of BJP. They offered to make arrangements for meeting with senior leaders of their party for further discussion. Considering the gravity of the matter, it is requested that a case FIR may be registered and investigated as mentioned above. Dated 14/9/2022. Complainants: Jaikishan Rodi, Rupinder Happy MLA Basi Pathana, Sheetal Angural MLA Jalandhar West, Raman Arora Jalandhar Central, Principal Bodhram Ji, Kuljit Randhawa MLA Dera Basi, Manjeet Singh Bilaspur MLA Nihal Singh Ala, ਦਿਨੇਸ਼ ਚੱਡਾ MLA ਰੂਪਨਗਰ, ਮਾਸਟਰ ਜਗਸੀਰ ਸਿੰਘ MLA ਭੁੱਚੋ ਮੰਡੀ। ਤੁਸੀਂ ਮੈਨੂੰ ਗੱਲ ਦੱਸੋ, 10 MLA, 25 ਕਰੋੜ ਦੀ ਐਲੀਗੇਸ਼ਨ, 14/9 ਤੋਂ ਅੱਜ 9 ਦਿਨ, ਤੇ ਕਹਿੰਦੇ ਸਾਨੂੰ ਹਫ਼ਤੇ ਪਹਿਲਾਂ ਤੋਂ ਕਾਲ ਆ ਰਹੀਆਂ। ਮੈਂ ਪੜ੍ਹ ਦਿਆਂ ਲਾਈਨ ਫਿਰ। ਇਹਦੇ 'ਚ ਕਹਿੰਦੇ that during the past 1 week the complainants have received telephonic calls from different people who claim themselves to be members of the Bharatiya Janata Party. मतलब कि 14 ਤੋਂ ਹਫ਼ਤਾ ਇੱਕ ਹੋਰ ਪਿੱਛੇ ਚਲੇ ਜਾਓ। ਅੱਜ 16 ਦਿਨ ਬੀਤ ਗਏ ਆ। 16 ਦਿਨਾਂ 'ਚ ਐਡੀ ਵੱਡੀ ਤੇ ਐਡੀ ਗ੍ਰੇਵ ਐਲੀਗੇਸ਼ਨ ਹੋਵੇ, ਲੋਕਤੰਤਰ ਨੂੰ ਖਤਰਾ ਹੋਵੇ, ਡੈਮੋਕ੍ਰੇਸੀ ਖਤਰੇ 'ਚ ਹੋਵੇ, ਲੋਕਾਂ ਦੇ ਮੈਂਡੇਟ ਦਾ ਖਿਲਵਾੜ ਕੀਤਾ ਜਾ ਰਿਹਾ ਹੋਵੇ, ਤੇ ਇਹਦੇ 2 ਸਿੱਟੇ ਨਿਕਲਦੇ ਆ ਕਿ ਜਾਂ ਤਾਂ FIR 'ਚ ਦਮ ਨਹੀਂ, ਜਾਂ ਆਮ ਆਦਮੀ ਪਾਰਟੀ ਥੱਲੇ ਜੋ ਲਾਅ ਐਂਡ ਆਰਡਰ ਦਾ ਰੌਲਾ ਪੈਂਦਾ ਕਿ ਕੰਮ ਖਰਾਬ ਹੋ ਗਿਆ, ਇਹਨਾਂ ਦੇ ਪੁਲਿਸ ਵਾਲਿਆਂ 'ਚ ਦਮ ਨਹੀਂ ਰਹਿ ਗਿਆ ਕਿ ਇਹ ਸੱਚ ਸਾਹਮਣੇ ਲਿਆ ਸਕਣ। ਇਸ ਲਈ ਮੈਂ ਡਿਮਾਂਡ ਕਰਦਾ ਗਵਰਨਰ ਸਾਹਿਬ that this demands serious attention. ਤੁਸੀਂ ਇੱਕ ਹਾਊਸ ਦਾ ਸੈਸ਼ਨ ਦਾ ਨਹੀਂ ਸੱਦਿਆ ਗਿਆ, ਉਹਦੇ ਨਾਲ ਮਸਲਾ ਹੱਲ ਨਹੀਂ ਹੋਣਾ। ਹੁਣ ਇਨਕੁਆਇਰੀ ਮਾਰਕ ਕਰੋ, ਮੋਨੀਟਰਡ ਬਾय ਹਾਈ ਕੋਰਟ ਔਰ ਸੁਪਰੀਮ ਕੋਰਟ ਸਿਟਿੰਗ ਜੱਜ, ਪਾਰਦਰਸ਼ੀ ਤਰੀਕੇ ਨਾਲ ਹੋਵੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ। ਜੇ ਭਾਜਪਾ ਵਾਲੇ ਜਾਂ ਉਹਨਾਂ ਦਾ ਕੋਈ ਬੰਦਾ ਇਨਵੋਲਡ ਹੈ, ਉਹਨਾਂ ਦੇ ਚਿਹਰੇ ਨੰਗੇ ਹੋ ਜਾਣ, ਕਾਰਵਾਈ ਹੋ ਜਾਏ, ਲੋਕਤੰਤਰ ਬਚੇ। ਤੇ ਜੇ ਇਹ ਝੂਠ ਬੋਲਦੇ ਆ ਆਪ ਵਾਲੇ MLA
ਤੇ ਫਿਰ ਇਹਨਾਂ ਦੇ ਖਿਲਾਫ 120 ਦੀ ਕਾਰਵਾਈ ਇਹਨਾਂ ਦੇ ਖਿਲਾਫ ਹੋ ਜੇ। ਔਰ ਤੁਸੀਂ ਹੈਰਾਨ ਹੋਵੋਗੇ, ਤੁਹਾਨੂੰ ਉਸ ਦਿਨ ਕੀ ਕਹਿੰਦੇ ਸੀ, ਉਹ ਵੀਡੀਓ ਰੈਡੀ ਰੱਖੀ ਭਾਈ, ਕਹਿੰਦੇ ਸੀ ਅਰੰਗਲ ਸਾਹਿਬ ਜਿਹੜੇ ਨੇ ਸ਼ੀਤਲ ਜੀ, ਉਹਨਾਂ ਨੂੰ ਥ੍ਰੈਟ ਕੀਤਾ ਗਿਆ, ਉਹਨਾਂ ਤੇ ਅਟੈਕ ਹੋਇਆ। ਇਸ FIR 'ਚ ਕੋਈ ਥ੍ਰੈਟ ਦਾ ਤੇ ਕੋਈ ਅਟੈਕ ਦਾ ਜ਼ਿਕਰ ਤੱਕ ਨਹੀਂ। ਫਿਰ ਕੀ ਖਜ਼ਾਨਾ ਮੰਤਰੀ ਸਾਹਿਬ ਤੁਸੀਂ ਲੋਕਾਂ ਨੂੰ ਝੂਠ ਬੋਲ ਰਹੇ ਸੀ? ਉਦੋਂ ਬੋਗਸ FIR ਫਾਈਲ ਕਰ ਰਹੇ ਸੀ, ਕੇਵਲ ਤੇ ਕੇਵਲ ਆਪਦੇ ਆਪ ਨੂੰ। ਗੁਜਰਾਤ ਇਲੈਕਸ਼ਨ ਤੇ ਹਿਮਾਚਲ ਇਲੈਕਸ਼ਨ 'ਚ ਆਪਦੇ ਆਪ ਨੂੰ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਦਾ ਜੋ ਏਜੰਡਾ ਹੈ, ਲੋਕਾਂ ਨੂੰ ਇਹ ਸਮਝਾਉਣਾ ਦਿਖਾਉਣਾ ਕਿ ਅਸੀਂ ਇਕੱਲੇ ਇਮਾਨਦਾਰ ਹਾਂ, ਹੋਰ ਸਾਰੇ ਵਿਕਾਊ ਨੇ, ਜਾਂ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀਆਂ। ਉਹਦਾ ਜਿਹੜਾ ਏਜੰਡਾ ਤੁਸੀਂ ਆਪਦਾ ਜੁਮਲਾਬਾਜ਼ੀ ਚਲਾ ਰਹੇ ਹੋ, ਪੰਜਾਬ ਦੇ ਲੋਕਾਂ ਦੀ ਦੁਰਵਰਤੋਂ ਜਾਂ ਪੰਜਾਬ ਦੇ ਖਜ਼ਾਨੇ ਦੀ ਦੁਰਵਰਤੋਂ ਜਾਂ ਪੰਜਾਬ ਦੇ ਵਿਧਾਨ ਸਭਾ ਦੇ ਸਮੇਂ ਦੀ ਬਰਬਾਦੀ ਆਪਣੇ ਇੰਟਰਨਲ ਫਾਇਦਿਆਂ ਵਾਸਤੇ ਮਤ ਕਰੋ। ਆਪਦੀ ਅੰਦਰੂਨੀ ਮਾਮਲੇ ਆਪਦੇ ਦਫ਼ਤਰ 'ਚ ਨਿਪਟਾ ਲਓ। ਇਹ ਪਬਲਿਕ ਫੋਰਮ ਤੇ ਇਹ ਕੰਮ ਨਹੀਂ ਹੁੰਦੇ। ਅਗਲੀ ਗੱਲ, ਵੈਸੇ ਤਾਂ ਗੱਲਾਂ ਹੋਰ ਬੜੀਆਂ ਨੇ, ਹੁਣ ਤੁਸੀਂ ਮੈਨੂੰ ਲੱਗਦਾ ਇੰਨੇ 'ਚ ਹੀ ਬੜਾ ਹੋ ਜਾਊਗਾ ਕਿ ਹੋਰ ਕਰਦੇ ਆ, ਹੁਣ ਕਰਦੇ ਆ ਕਿ ਮੁਕਾ ਦਿਆਂ ਜੀ? ਤੁਸੀਂ ਇੰਨੀ ਗੱਲ ਵਿਖਾਉਣੀ ਤਾਂ ਹੈ ਨਹੀਂ, ਜਾਂ ਤਾਂ ਅਗਲੇ ਲਈ ਰੱਖ ਲਾ। ਹੁਣ ਚਲੋ ਤੁਸੀਂ ਸਵਾਲ 27 को सेशन बुलाया जी दोबारा, तो ਹਾਂਜੀ 27 को दोबारा सेशन बुलाया ते भगवंत मान जी ਇਸ ਤਰ੍ਹਾਂ ਜੀ, ਮੇਰੇ ਵੱਲੋਂ 23 ਨੂੰ ਸੱਦ ਲੈਣ, 24 ਨੂੰ ਸੱਦ ਲੈਣ, 25 ਨੂੰ ਸੱਦ ਲੈਣ। ਸਰਕਾਰਾਂ ਦਾ ਹੱਕ ਹੈ ਸੈਸ਼ਨ ਸੱਦਣਾ। ਮੈਂ ਬਾਰ-ਬਾਰ ਇਸ ਗੱਲ ਤੇ ਆ ਰਿਹਾ, ਮੁੱਦਿਆਂ ਤੇ ਸੈਸ਼ਨ ਹੋਵੇ ਨਾ। ਆਪਦੇ ਤੁਸੀਂ ਪੋਲੀਟੀਕਲ ਏਜੰਡੇ ਤੇ ਡਰਾਮੇਬਾਜ਼ੀ ਦਾ ਸੈਸ਼ਨ ਕਾਹਦਾ ਸੈਸ਼ਨ ਹੋਇਆ? ਪੰਜਾਬ ਦੇ ਖਜ਼ਾਨੇ ਨੂੰ ਚੂਨਾ ਕਾਹਦਾ ਉਹਦੇ ਲਈ? ਔਰ ਜਿੱਥੇ ਪੰਜਾਬ ਦੇ ਕੋਈ ਗੱਲ ਦੀ ਡਿਸਕਸ਼ਨ ਨਹੀਂ, ਉਹਦਾ ਸੈਸ਼ਨ ਕਾਹਦਾ? ਇਸ ਵਾਰ ਉਹਨਾਂ ਨੇ ਕਿਹਾ ਕਿ ਵੱਖ-ਵੱਖ ਮੁੱਦਿਆਂ ਤੇ ਚਰਚਾ ਹੋਏਗੀ। ਉਹ ਤਾਂ ਹੁਣ ਕਰਨਗੇ, ਤੇ ਪਹਿਲਾਂ ਕਿਉਂ ਨਾ ਕੀਤਾ? ਕਿਉਂਕਿ ਇਹ ਮੁੱਦਾ ਹੀ ਨਹੀਂ। ਜੇ ਸਰਕਾਰ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ, ਜਿਸ FIR ਐਡੀ ਬੋਕਸ ਹੋਵੇ ਕਿ DGP ਨੇ ਇਹਦਾ ਸੰਗਿਆਨ ਤੱਕ ਨਾ ਲਿੱਤਾ ਹੋਵੇ, ਜਿਸ FIR ਤੁਹਾਡਾ ਫਾਈਨੈਂਸ ਮਿਨਿਸਟਰ ਅਮਨ ਅਰੋੜਾ ਸਾਹਿਬ ਐਡਾ ਕਲੇਮ ਕਰ ਰਹੇ ਹੋਣ ਕਿ ਐਡਾ ਪੈਸੇ ਦਾ ਲੈਣ ਦੇਣ ਹੋ ਰਿਹਾ, ਉਹਨੂੰ ਕੋਈ ਸੀਰੀਅਸਲੀ ਨਾ ਲਵੇ। ਅੱਜ 16 ਦਿਨ ਬੀਤ ਗਏ ਹੋਣ, ਤੇ ਤੁਸੀਂ ਵੈਲ ਇਮੈਜਿਨ ਕਰ ਸਕਦੇ ਹੋ ਕਿ ਇਸ ਇਕੱਲੇ ਏਜੰਡੇ ਲਈ ਸੈਸ਼ਨ ਸੱਦਣਾ ਜ਼ਰੂਰੀ ਵੀ ਸੀ। ਸੈਸ਼ਨ ਜੇ ਸੱਦਣਾ, ਮੈਂ ਤਾਂ ਕਹਿ ਰਿਹਾ ਪੰਜਾਬ ਦੇ ਮੁੱਦਿਆਂ ਲਈ ਸੱਦੋ, ਔਰ ਇਸ ਗੱਲ ਲਈ ਵੀ ਸਪਸ਼ਟੀਕਰਨ ਲਈ ਸੱਦੋ ਕਿ ਜਿਹੜਾ ਤੁਸੀਂ ਮੈਂ ਇੱਕ ਹੋਰ ਗੱਲ ਦੱਸਦਾ, ਸੈਸ਼ਨ ਲਈ ਸੱਦਣਾ ਤੇ ਇਸ ਲਈ ਸੱਦੋ ਕਿ ਉਦੋਂ ਖਾਦੀ ਪੀਤੀ ਗਈ ਸੀ ਕਿ ਨਹੀਂ ਗਈ ਸੀ, ਕਿਉਂਕਿ ਉਹਦੇ ਵੀ ਰੌਲੇ ਬੜੇ ਆ ਤੁਹਾਡੇ। ਉਹ ਗੱਲ ਆਪਾਂ ਭੁੱਲੇ ਤਾਂ ਨਹੀਂ, ਕਿਵੇਂ ਲੋਕ ਸਭਾ 'ਚ ਖਾਲਸਾ ਜੀ ਨੇ ਜਿਹੜੇ ਅੰਮ੍ਰਿਤਧਾਰੀ ਸਿੰਘ ਆ, ਉਹਨਾਂ ਨੇ ਕਹਿ ਦਿੱਤਾ ਸੀਗਾ ਭਾਈ ਇਹਨੂੰ ਮੇਰੇ ਤੋਂ ਦੂਰ ਬਿਠਾਓ, ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹ ਵੱਧ ਖਾ ਪੀ ਕੇ ਆ ਜਾਂਦੇ। ਪ੍ਰਧਾਨ ਮੰਤਰੀ ਸਾਹਿਬ ਨੇ ਕਹਿ ਦਿੱਤਾ ਸੀਗਾ ਕਈ ਬੰਦੇ ਤਾਂ ਇੱਥੇ ਪੀ ਕੇ ਆ ਜਾਂਦੇ ਪਾਰਲੀਮੈਂਟ 'ਚ। ਫਰੀਦਕੋਟ ਦਾ ਜਦੋਂ ਪ੍ਰੋਟੈਸਟ ਹੋਇਆ ਸੀਗਾ, ਉਦੋਂ ਸਾਨੂੰ ਯਾਦ ਹੈ ਕਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਭਗਵੰਤ ਮਾਨ ਸਾਹਿਬ ਚਲੇ ਗਏ ਸੀ। ਵਿਸਾਖੀ ਦਾ ਜਿਹੜਾ 14 ਤਰੀਕ ਦਾ, ਉਦੋਂ ਵੀ ਰੌਲਾ ਪੈ ਗਿਆ ਸੀਗਾ ਕਿ ਪੀ ਕੇ ਚਲੇ ਗਏ ਸੀ। ਤੇ ਜਰਮਨੀ ਤੋਂ ਆਉਂਦਿਆਂ ਤੁਹਾਨੂੰ ਸ਼ਾਇਦ ਇਹ ਭੁਲੇਖਾ ਪਾ ਰਿਹਾ ਕਿ ਲਫਥੈਂਜ਼ਾ ਦੀ ਫਲਾਈਟ ਲੇਟ ਸੀ। ਮੈਂ ਬੰਦੇ ਦਾ ਨਾਂ ਤਾਂ ਨਹੀਂ ਲੈਣਾ, ਕਿਉਂਕਿ ਮੁੜ ਕੇ ਉਹਦੇ ਤੇ ਕਦੇ ਇਸੇ ਥਾਣੇ 'ਚ ਪਰਚਾ ਨਾ ਹੋ ਜੇ। ਪ੍ਰੈਸ ਕਲੱਬ 'ਚ ਵੀ ਹੈ, ਪ੍ਰੈਸ ਕਲੱਬ 'ਚ ਵੀ ਚਲੋ ਉਹ ਤਾਂ ਨਾਰਮਲ ਕੰਮ ਹੀ ਆ ਜੀ। ਸ਼ਾਹ ਜੀ ਦੇ ਨਾਲ ਇਹ ਹੋਇਆ। ਉਹ ਜਿਹੜਾ सीएम पंजाब कह रहे हैं कि जेड़ा सेशन रद्द होया उसके खिलाफ सुप्रीम कोर्ट जाएंगे। ਮੈਂ ਕਹਿੰਦਾ ਜੀ ਇਹ ਭਾਵੇਂ ਇੰਟਰਨੈਸ਼ਨਲ ਕੋਰਟ ਚਲੇ ਜਾਣ, ਕੌਣ ਰੋਕਦਾ ਨੇ? ਬਗਰ ਜਾਨ ਬ੍ਰੈਥ ਐਨਾਲਿਸਿਸ ਟੈਸਟ ਕਰਾ ਕੇ, ਜੇ ਸੈਸ਼ਨ ਸੱਦਣਾ ਤਾਂ ਇੱਕ ਲਾਈ ਡਿਟੈਕਟਰ ਟੈਸਟ ਵੀ ਕਰਾ ਲਿਓ ਤੋਂ ਪਹਿਲਾਂ ਕਿ ਉੱਥੇ ਸੱਚ ਬੋਲਣਾ ਕਿ ਇਹਨਾਂ ਨੇ ਝੂਠ ਹੀ ਬੋਲੀ ਤੁਰੀ ਜਾਣਾ। ਫਿਰ ਜਦੋਂ ਅਣਪਛਾਤਿਆਂ ਤੇ FIR ਹੁੰਦੀ ਆ, ਫਿਰ ਉਹਦਾ ਨਿਚੋੜ ਕੀ ਨਿਕਲਦਾ ਤੁਹਾਨੂੰ ਮੇਰੇ ਤੋਂ ਬਿਹਤਰ ਪਤਾ ਹੋਣਾ ਚਾਹੀਦਾ। ਔਰ FIR 'ਚ ਇੱਕ ਐਲੀਗੇਸ਼ਨ ਵੀ, ਜੇ FIR ਬਾਰੇ ਸੀਰੀਅਸ ਹੁੰਦੇ ਨਾ ਜੀ, ਅੱਜ ਦੀ ਡੇਟ 'ਚ ਮੈਂ DGP ਸਾਹਿਬ ਨੂੰ ਅਪੀਲ ਕਰਦਾ, ਇੱਕ ਤਾਂ ਮੈਂ ਗਵਰਨਰ ਨੂੰ ਕਰ ਲਈ, ਮੈਂ ਇਹਨਾਂ ਦੇ CM ਸਾਹਿਬ ਨੂੰ ਕਰ ਲਈ, ਔਰ ਮੇਰੀ DGP ਸਾਹਿਬ ਨੂੰ ਹੈ ਕਿ ਜੇ ਤੁਸੀਂ ਇਸ ਮੁੱਦੇ ਤੇ ਸੰਵੇਦਨਸ਼ੀਲ ਹੋ
ਇਹਨਾਂ ਦੇ ਫੋਨ ਲਓ ਕਬਜ਼ੇ ਥੱਲੇ ਸਾਰੇ, ਉਹਦੀ ਕਰਾਓ ਫੋਰੈਂਸਿਕ ਜਾਂਚ, ਕਿਉਂਕਿ ਫੋਨ ਜਿਨ੍ਹਾਂ ਨੂੰ ਆਏ ਆ ਉਹਨਾਂ ਦੇ ਫੋਨ ਤਾਂ ਤੁਸੀਂ ਰੱਖੇ ਨਹੀਂ, ਸਾਰਾ ਐਵੀਡੈਂਸ ਤਾਂ ਚੱਲਣਾ ਫੋਨ ਤੋਂ। ਤੇ ਜੇ ਫੋਨ ਹੀ ਨਾ ਸਰ कह रहे ऑफिसर्स के फोरेंसिक की इन्वेस्टिगेशन की जा रही है, ਇਹਦੇ 'ਚ ਟਾਈਮ ਲੱਗਦਾ ਹੈ। ਨਹੀਂ ਕੋਈ ਫੋਨ ਕਾਬੂ ਕੀਤਾ, ਟਾਈਮ ਤਾਂ ਲੱਗੂ ਜੇ ਫੋਨ ਕਿਸੇ ਦਾ ਹੱਥ 'ਚ ਆਊ, ਜੇ ਫੋਨ ਹੀ ਨਾ ਆਇਆ ਤੇ ਕਾਬੂ ਕੀ ਕਰਨਾ। ਇਹ ਕਹਿੰਦੇ ਨੇ ਜੀ ਸਬੂਤ ਇਹਨਾਂ ਨੇ ਦੇ ਦਿੱਤੇ ਹੋਏ ਡੀਜੀਪੀ ਸਾਹਿਬ। ਅੱਜ ਪੜ੍ਹ ਹੀ ਦਿੱਤੀ ਤੁਹਾਨੂੰ ਸਾਰੀ FIR, ਜੇ ਸਬੂਤ ਦੇ ਦਿੱਤੇ ਹੁੰਦੇ ਤੇ ਕੀ ਇਹ ਤੋਂ ਸੀਰੀਅਸ ਮੁੱਦਾ ਕੋਈ ਹੈ ਯਾਰ ਪੰਜਾਬ ਵਾਸਤੇ? ਤੁਸੀਂ ਸੈਸ਼ਨ ਸੱਦ ਲਿਆ ਉਸ ਮੁੱਦੇ ਤੇ, 16 ਦਿਨ ਬੀਤ ਗਿਆ, ਅਜੇ ਤੱਕ ਰਿਜ਼ਲਟ ਤਾਂ ਇੱਕ ਨਹੀਂ। ਤੁਸੀਂ ਵੈਲ ਇਮੈਜਿਨ ਕਰ ਸਕਦੇ ਹੋ, ਇਹਦਾ ਮਤਲਬ ਦੋ ਆ, ਜਾਂ ਤਾਂ FIR 'ਚ ਦਮ ਨਹੀਂ ਜਾਂ ਤੁਹਾਡੀ ਪੁਲਿਸ ਇਨਕੰਪੀਟੈਂਟ ਹੈ। ਇਹ ਫੈਸਲਾ ਇਹ ਕਰ ਲੈ, ਦੋਵੇਂ ਕੰਮ ਇਹਨਾਂ ਦੀ ਆਉਂਦੀ ਆ। ਜੇ ਐਡੀ ਕਾਬਲ ਪੰਜਾਬ ਪੁਲਿਸ ਨੂੰ ਇਨਕੰਪੀਟੈਂਟ ਬਣਾਤਾ ਫਿਰ ਉਹਦੇ ਲਈ ਜ਼ਿੰਮੇਵਾਰ ਵੀ ਹੋਮ ਮਿਨਿਸਟਰ ਸਾਹਿਬ ਨੇ। ਤੇ ਜੇ FIR 'ਚ ਦਮ ਨਹੀਂ ਫਿਰ ਝੂਠ ਬੋਲ ਰਹੇ ਹੋ ਤੁਸੀਂ। ਤੁਸੀਂ ਕਹਿ ਰਹੇ ਹੋ ਕਿ ਇਲਜ਼ਾਮ ਗਲਤ ਨੇ, ਪਰ ਸੱਚ ਲੋਕਾਂ ਦੇ ਸਾਹਮਣੇ ਕਿਵੇਂ ਆਊਗਾ? ਸੱਚ ਆਊਗਾ ਜੀ ਜੇ ਇਹਨਾਂ ਨੇ ਤਾਂ ਲਿਆਉਣਾ ਨਹੀਂ, FIR ਨੇ ਵੀ ਦੱਸਤਾ ਤੇ ਇਹਨਾਂ ਦੀ ਹਰਕਤਾਂ ਨੇ ਵੀ ਦੱਸਤਾ। ਹੁਣ ਹਾਈ ਕੋਰਟ ਮੋਨੀਟਰਡ ਹੋ ਜਾਏ ਜਾਂ ਸੁਪਰੀਮ ਕੋਰਟ ਮੋਨੀਟਰਡ ਹੋ ਜਾਏ, ਜਾਂ ਇਹ ਐਲੀਗੇਸ਼ਨ ਬਾਬੂ ਅਮਿਤ ਸ਼ਾਹ ਜੀ ਤੇ ਉਂਗਲ ਲਾਉਂਦਾ, ਜਾਂ ਹੋਮ ਮਿਨਿਸਟਰੀ ਆਪਦੇ ਤਰਫ ਤੋਂ ਇੰਟਰਵੀਨ ਕਰਕੇ ਸੈਂਟਰਲ ਏਜੰਸੀ ਤੋਂ ਕਰਾ ਦੇਵੇ। ਹੋਰ ਤਾਂ ਕਿਸ ਤਰ੍ਹਾਂ ਆਉਣਾ ਸੱਚ ਸਾਹਮਣੇ? ਇਹ ਉਹ ਵੱਡੀ ਫੋਟੋ ਹੈ ਜੀ ਜਿਹੜੀ ਤੁਹਾਨੂੰ ਵਿਖਾਉਣੀ ਸੀ ਕਿ ਇਹ ਕਿੰਨਾ ਝੂਠ ਬੋਲਦੇ। ਤਦੇ ਤਾਂ ਮੈਂ ਕਹਿ ਰਿਹਾ ਇਹਨਾਂ ਦਾ ਲਾਈ ਡਿਟੈਕਟਰ ਟੈਸਟ ਹੋ ਜੇ। ਉਹ ਬੰਦੇ ਨੂੰ ਤਾਂ ਅੱਜ ਜਿਹੜਾ ਇਹਨਾਂ ਦਾ ਸੰਮੇਲਨ ਹੈ ਸਭ ਤੋਂ ਅੱਗੇ ਬਿਠਾਇਆ ਇਹਨੂੰ, ਹਰ ਪ੍ਰੋਗਰਾਮ ਤੇ ਅੱਗੇ ਹੁੰਦਾ। ਤੁਸੀਂ ਦੱਸ ਦਿਓ ਜੀ ਹੋਰ ਕੋਈ ਅੱਗੇ ਤਾਂ ਤੁਸੀਂ ਗੱਲ ਕੋਈ ਚਟਪਟੀ ਤਾਂ ਸੁਣਨੀ ਨਹੀਂ ਉਹਨੂੰ। ਪਰ ਆਮ ਆਦਮੀ ਪਾਰਟੀ ਤਾਂ ਕਰੇ ਖੇਤਰੀ ਪਾਰਟੀ ਆ, ਆਮ ਆਦਮੀ ਪਾਰਟੀ ਸਭ ਤੋਂ ਵੱਡੀ ਨੂੰ ਖਤਮ ਕਰਨ ਦੀ ਤਿਆਰੀ ਤੇ ਅਕਾਲੀ, ਕਾਂਗਰਸ, BJP ਤਿੰਨੇ ਰਲੇ ਹੋਏ ਨੇ। ਆ ਕਿਹੜੀ ਤਰੀਕ ਦਾ? ਆ ਉਸੇ ਤਰੀਕ ਦਾ ਹੈ ਜੀ ਜਿਸ ਦਿਨ ਸੰਮੇਲਨ ਹੋਇਆ ਸੀ। ਆ ਫੇਰ ਬੈਠੇ ਆ ਸਿੰਗਲਾ ਜੀ ਉੱਥੇ। ਮੈਂ ਤੁਹਾਨੂੰ ਤਾਂ ਬਾਰ-ਬਾਰ ਵਿਖਾ ਰਿਹਾ ਕਿ ਇੱਕ ਮਿਨਿਸਟਰ ਨੂੰ ਕੈਬਨਿਟ ਚੋਂ ਡਿਸਮਿਸ ਕਰਦੇ ਆ, FIR ਕਰਦੇ ਆ, ਪਰਚਾ ਦਰਜ ਕਰਾਉਂਦੇ, ਮੁੜ ਕੇ ਉਹਨੂੰ ਫਿਰ ਕਿਉਂ ਲਈ ਫਿਰਦੇ ਹੋ ਭਾਈ ਨਾਲ? ਇਹ ਜਿਹਾ ਝੂਠ ਹੀ ਆ ਇਹ ਉਹੀ ਝੂਠ ਦੀ ਰੀਟੇਕ ਆ, ਨਵਾਂ ਝੂਠ। ਉਹਦੇ ਵਿੱਚ ਇਹ ਗੱਲ ਕਹਿੰਦੇ ਪਏ ਨੇ ਕਿ ਬੀਜੇਪੀ ਦਾ ਸਾਥ ਦੇ ਰਹੀ ਹੈ ਕਾਂਗਰਸ ਤੇ ਅਕਾਲੀ ਦਲ ਤਾਂ ਕਿ ਆਮ ਆਦਮੀ ਪਾਰਟੀ ਦਾ ਖਾਤਮਾ ਕੀਤਾ ਜਾਵੇ। ਮੇਰਾ ਵੀਰ ਮੈਂ ਤਾਂ ਤੁਹਾਨੂੰ ਸ਼ਾਇਦ ਪਤਾ ਨਹੀਂ, ਜਾਂ ਤਾਂ ਕਿੱਥੇ ਸੀ ਤੁਹਾਡਾ ਧਿਆਨ। ਮੈਂ ਤਾਂ ਕਹਿ ਰਿਹਾ ਕਿ ਭਾਈ ਜੇ ਇਹ ਸੱਚੇ ਆ ਤੇ ਭਾਜਪਾ ਦੇ ਲੀਡਰ ਫੜ ਕੇ ਲਿਆਓ ਸਾਹਮਣੇ। ਜੇ ਇਹ ਝੂਠ ਬੋਲਦੇ, ਪੰਜਾਬ ਦੇ ਲੋਕਾਂ ਨੂੰ ਤਾਂ ਸੱਚ ਜਾਣਨ ਦਾ ਹੱਕ ਹੈ ਕਿ ਨਹੀਂ? ਲੋਕਾਂ ਵੋਟਾਂ ਨੇ ਪੰਜਾਬ ਦਿਆਂ ਨੇ ਪਾਈ ਹੈ। ਪੰਜਾਬ ਦੇ ਲੋਕਾਂ ਦੇ ਸਾਹਮਣੇ ਸੱਚ ਆਊਗਾ। ਜੇ ਸੱਚ ਸਾਹਮਣੇ ਆਊਗਾ, ਸੱਚ ਆਉਣਾ, ਜਾਂ ਇਹਨਾਂ ਤੇ ਕਾਰਵਾਈ ਹੋ ਜੇ ਜੇ ਝੂਠ ਬੋਲ ਰਹੇ। ਜੇ ਕੋਈ ਵਾਕਿਆ ਹੈ ਤੇ ਉਹਨਾਂ ਨੂੰ ਸਾਹਮਣੇ ਲਿਆਓ। ਮਗਰ 16 ਦਿਨ ਬਾਅਦ ਵੀ ਸਾਹਮਣੇ ਨਹੀਂ ਆ ਰਿਹਾ ਕੁਝ। ਪੁਲਿਸ ਨੇ ਤਾਂ ਕਦਮ ਤੱਕ ਨਹੀਂ ਪੁੱਟਿਆ ਇਸ FIR 'ਚ। ਜਿਹੜੀ FIR ਤੁਹਾਨੂੰ ਦੇਣਾ ਹੀ ਪੁਲਿਸ ਨਹੀਂ ਠੀਕ ਸਮਝ ਰਹੀ, ਉਸ ਇਹ ਪਬਲਿਕ ਡਾਕੂਮੈਂਟ ਹੈ ਬਾਈ ਦ ਵੇ। ਉਸ FIR 'ਚ ਦਮ ਕਿੰਨਾ? ਮੈਨੂੰ ਪਤਾ ਹੈ FIR ਕਢਾਉਣ ਵਾਸਤੇ ਮੈਨੂੰ ਕਿੱਥੇ ਕਿਤੇ ਤੱਕ ਆਪਦੀ ਜਾ ਕੇ ਜ਼ੋਰ ਲਾਉਣਾ ਪੈ ਗਿਆ। ਨਹੀਂ ਤਾਂ ਤੁਹਾਡੇ ਕੋਲ ਤਾਂ ਮਿੰਟ ਜੀ ਆ ਜਾਂਦੀ। ਮੇਰੇ ਤੇ FIR ਹੋਵੇ ਮੈਨੂੰ ਲੱਗਦਾ ਮਗਰੋਂ ਹੁੰਦੀ ਹੈ, ਤੁਹਾਡੇ ਕੋਲ ਤਾਂ ਪਹਿਲਾਂ ਆ ਜਾਂਦੀ ਹੈ। ਤੁਸੀਂ ਤਾਂ ਉਦੋਂ ਹੀ ਫੋਨ ਘੁਮਾਉਣੇ ਸ਼ੁਰੂ ਕਰਦੇ ਆ, ਮਜੀਠੀਆ ਸਾਹਿਬ ਫਲਾਣਾ ਪਰਚਾ ਹੋ ਗਿਆ, ਤੁਹਾਡਾ ਕੀ ਵਰਜਨ? ਉਹ ਇੱਧਰ ਕੋਈ ਵਰਜਨ ਹੀ ਨਹੀਂ ਲੈ ਰਿਹਾ ਕਿਸੇ ਦਾ। ਵੈਸੇ ਲੈਣ ਨੂੰ ਆਈ ਕੋਈ ਨਹੀਂ ਅੱਗੇ। ਮੈਂ ਅੱਜ ਉਹਨਾਂ ਨੂੰ ਵੀ ਬੇਨਤੀ ਕਰਦਾ, ਸ਼ਰਮਾ ਜੀ, ਅਸ਼ਵਨੀ ਸ਼ਰਮਾ ਜੀ, ਭਾਜਪਾ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਆ ਕਿ ਐਲੀਗੇਸ਼ਨ ਤਾਂ ਤੁਹਾਡੀ ਪਾਰਟੀ ਤੇ ਹੈ। ਇਹ ਨਹੀਂ ਕੁਝ ਕਰਦੇ ਤੇ ਤੁਸੀਂ ਇਨਕੁਆਇਰੀ ਕਰਾ ਦਿਓ, ਤੁਸੀਂ ਸੱਚ ਸਾਹਮਣੇ ਲਿਆਓ। Sharma ji should bring the such because serious allegations are made against his party. Somebody has to bring the truth out. It's not a joke. ਹਾਂਜੀ ਮੈਂ ਇਹ ਪੁੱਛ ਰਿਹਾ ਸੀਗਾ ਜਿਹੜੀ FIR ਕੱਟੀ ਜਾਂਦੀ ਆ ਉਹਦੇ ਪਰ ਜਿਹੜਾ FIR ਕੱਟਦਾ IO ਉਹਦੇ ਸਿਗਨੇਚਰ ਤੇ ਦਾ ਰੈਂਕ ਲਿਖਿਆ ਜਾਂਦਾ ਜੀ, ਇਹ ਤਾਂ ਹੈ ਨਹੀਂ ਲਿਖਿਆ ਹੋਇਆ। ਕੀ ਮਤਲਬ ਆਪਾਂ ਫੋਟੋ ਜਿਹੜੀ ਖਿਚਾਈ ਆ ਜਾਂ ਉਹਨੇ ਭਰਾਵਾ ਇਹਦੇ ਤੇ ਬਿੱਲਾ ਤਾਂ ਲੱਗਿਆ ਕਿ ਠੱਪਾ ਤਾਂ ਸਭ ਲਿਖਿਆ। ਹੁਣ ਰੈਂਕ ਜਾਂ ਕੋਈ ਹੋਰ ਕੁਝ ਲਿਖਿਆ ਨਹੀਂ ਹੋਇਆ। ਉਹ ਇਹ ਤਾਂ ਹੁਣ ਉਹੀ ਦੱਸਣਗੇ ਜੀ। FIR ਤੈਨੂੰ ਸਹੀ ਲਿਆ ਕੇ ਦਿੱਤੀ, FIR ਤਾਂ ਹੋਈ ਆ। ਹਾਂ ਉਹਨੇ FIR ਤੋਂ ਨਾ ਮੁੱਕਰ ਜਾਣ। ਤੁਸੀਂ ਨਾ ਦੇਖੋ ਜੀ ਲਾਸਟ ਪੇਜ ਦੇਖੋ, ਉਹਦੇ ਪਰ ਕੁਝ ਨਹੀਂ ਜੀ ਹੈਗਾ ਜੀ ਵੀ ਰੈਂਕ ਹੋਰ ਕਿਹੜੇ ਬੰਦੇ ਨੇ ਸਿਗਨੇਚਰ ਕਰਿਆ, ਕਿਹੜਾ ਤਫਤੀਸ਼ੀ ਆ,
ਜਾਂ ਕੁਝ ਵੀ ਨਹੀਂ ਹੈਗਾ ਜੀ? ਮੈਂ ਤਾਂ ਉਹ ਜਿਹੜਾ ਥਾਣਾ ਨਾ ਉਹ ਥਾਣਾ ਹੀ ਇਹ ਜਿਹਾ ਉਹ ਜਿਹੜਾ ਥਾਣਾ ਉਹ ਸਿੱਧਰਾ ਪੱਧਰਾ ਥਾਣਾ ਨਹੀਂ ਹੈ, ਤੁਸੀਂ ਕਦੇ ਉਹਨੂੰ ਸਿੱਧਰਾ ਪੱਧਰਾ ਹੀ ਸਮਝ ਲਓ। ਉਹ ਰਾਤ ਦੇ ਹਨੇਰੇ 'ਚ ਵੱਖਰੇ ਕਿਸਮ ਦੀ FIR ਦਰਜ ਕਰਨ ਲਈ ਵਰਤਿਆ ਜਾਂਦਾ। ਉਹ ਸਿੱਧਾ DGP ਤੋਂ ਹੀ ਹੁਕਮ ਜਾਂਦਾ ਉਧਰ। ਇੱਧਰ ਵੀ ਕੰਮ ਇਹ ਗਏ ਤਾਂ DGP ਸਾਹਿਬ ਕੋਲ ਸੀ। ਜੇ ਐਡਾ ਦਮ ਹੁੰਦਾ ਤੇ ਸਾਰੀ PC ਚੰਡੀਗੜ੍ਹ ਕੀਤੀ ਹੈ, ਜਾ ਕੇ SSP ਚੰਡੀਗੜ੍ਹ ਨੂੰ ਦੇ ਦੇਣ, ਜਾਂ ਥਾਣੇ ਚਲੇ ਜਾਣ ਸੈਕਟਰ 3 ਦੇ, ਕੰਮ ਸੌਖਾ ਕਰਨ। ਇਹ ਭੰਬਲ ਪੂਛੇ ਦੀ ਏਡੀ ਦੀ ਲੋੜ ਹੀ ਨਹੀਂ। ਭੰਬਲ ਪੂਛਾ ਤਾਂ ਪਾਉਣਾ ਸੀ ਕਿਉਂਕਿ ਹੈ ਹੀ ਕੱਖ ਨਹੀਂ। ਜੇ ਹੈ ਕੱਖ ਨਹੀਂ ਤੇ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰ ਦਿਓ ਭਾਈ। ਥੈਂਕ ਯੂ। ਔਰ ਤੁਸੀਂ ਵੇਖੋ ਉਸ ਦਿਨ ਇਹਨਾਂ ਨੇ ਬਾਰ-ਬਾਰ ਨਾਂ ਲਿਆ ਬੀਬੀ ਬਲਜਿੰਦਰ ਕੌਰ ਦਾ, ਉਹ ਤਾਂ ਕੰਪਲੇਨੈਂਟ ਵੀ ਨਹੀਂ ਆ। ਮਤਲਬ ਜਿਹੜੇ ਇਹ ਕਲੇਮ ਕਰ ਰਹੇ ਆ, ਲਾਸਟ ਪੁਆਇੰਟ, ਸੌਰੀ ਬਹਿ ਜਾਓ ਜੀ, 35 MLA ਦਾ ਕਲੇਮ ਕਰ ਰਹੇ ਆ, ਕੰਪਲੇਨੈਂਟ 10 MLA, ਬਲਜਿੰਦਰ ਕੌਰ ਕੰਪਲੇਨੈਂਟ ਵੀ ਨਹੀਂ। ਐਡਾ ਸੀਰੀਅਸ ਐਲੀਗੇਸ਼ਨ ਹੋਵੇ, ਤੁਸੀਂ ਬਾਕੀਆਂ ਦੇ ਨਾਂ ਦੱਸੋ, ਸਾਰਿਆਂ ਦੀ ਜਾਂਚ ਹੋ ਜਾਏ। ਮਤਲਬ there is nothing more serious than this. It's a goddamn joke. Thank you.